7ਵੀਂ ਕਲਾਸ ਦੇ ਵਿੱਚ ਮੈਂ ਆਪਣਾ ਫਿਜ਼ੀਕਲੀ ਵਰਕਆਊਟ ਕਰਨਾ ਸ਼ੁਰੂ ਕਰਤਾ ਤਾਂ ਲਾਈਕ ਪੁਸ਼ਅਪ ਲਗਾਉਣੇ, ਜਿਮ ਵਗੈਰਾ ਜਾਣਾ, ਹਲਕਾ ਫੁਲਕਾ ਲਗਾਉਣਾ ਸ਼ੁਰੂ ਕਰਤਾ। ਮੇਰੀ ਇੱਕ ਸ਼ੁਰੂ ਤੋਂ ਆਦਤ ਸੀ, ਮੈਂ ਨਾ ਆਪਣੇ ਹੱਥ ਨੂੰ ਇੱਦਾਂ ਦੀਵਾਰ ਨਾਲ ਮਾਰ ਰਹਿੰਦਾ ਸੀ, ਇਸ ਕਰਕੇ ਨਾ ਮੇਰੀ ਇਹ ਚੀਜ਼ ਪੰਚ ਬਹੁਤ ਜ਼ਿਆਦਾ ਸਟਰੋਂਗ ਸੀ। ਉਸ ਬੰਦੇ ਨਾਲ ਮੇਰੀ ਲੜਾਈ ਹੋਈ, ਮੈਂ ਉਹਦੇ ਗਿਣ ਕੇ 4 ਤੋਂ 6 ਪੰਚ ਮਾਰੇ, ਉਹਦੇ ਨੱਕ ਦੀ ਟੁੱਟ ਗਈ ਸੀ ਬੰਦੇ ਦੀ। ਜਦੋਂ ਡਾਕਟਰ ਸਾਹਿਬ ਨੇ ਪਲਾਸਟਰ ਖੋਲ੍ਹਿਆ ਤਾਂ ਖੂਨ ਦੀ ਪ੍ਰੋਪਰ ਹੀ ਕਹਿੰਦੇ ਨਹੀਂ ਪਿਚਕਾਰੀ ਟਾਈਪ ਉਹਨਾਂ ਦੇ ਮੂੰਹ 'ਤੇ ਲੱਗੀ। ਮੇਰੀ ਮਦਰ ਮੇਰੇ ਦੋਸਤ ਦੇ ਘਰ ਆਈ ਅਤੇ ਆ ਕੇ ਮੈਨੂੰ ਸਿਰਫ ਉਹਨੇ ਇੱਕ ਮੈਸੇਜ ਲਾਇਆ ਕਿ ਬੱਚੇ ਬਹੁਤ ਮੁਸ਼ਕਿਲ ਹੋ ਗਿਆ। ਮੈਂ ਕਿਹਾ ਬੀਬੀ ਕਿਆ ਹੋ ਗਿਆ? ਉਹ ਬੰਦਾ ਸੀ ਜਿਹਦੇ ਨਾਲ ਤੂੰ ਲੜਿਆ ਸੀ, ਉਹ ਬੰਦਾ ਮਰ ਗਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਵਿੱਕੀ ਸਿੰਘ। ਤਕਰੀਬਨ ਤੁਸੀਂ ਦੇਖਿਆ ਹੀ ਹੋਣਾ ਪੰਜਾਬੀ ਫਿਲਮਾਂ ਦੇ ਵਿੱਚ ਅਤੇ ਪੰਜਾਬੀ ਗਾਣਿਆਂ ਦੇ ਵਿੱਚ, ਔਰ ਤੁਸੀਂ ਦੇਖਿਆ ਹੋਣਾ ਕਿ ਐਜ਼ ਐਨ ਟ੍ਰੇਨਰ ਵੀ ਮੈਂ ਕੰਮ ਕਰਦਾ। ਤਕਰੀਬਨ ਜਿੰਨੇ ਵੀ ਸੈਲੀਬ੍ਰਿਟੀ ਆ ਉਹਨਾਂ ਸਾਰਿਆਂ ਨੂੰ ਮੈਂ ਹੀ ਟ੍ਰੇਨ ਕਰਦਾ ਅਤੇ ਇਹ ਮੇਰਾ ਅੱਜ ਦਾ ਮੁਕਾਮ ਆ। ਜਿੱਦਾਂ ਹੁਣੇ ਮੇਰੀ ਲੇਟੈਸਟ ਮੂਵੀ ਵਾਰਨਿੰਗ ਵੀ ਤੁਸੀਂ ਦੇਖੀ ਹੋਣੀ ਆ। ਪਰ ਇੰਨਾ ਸਾਰਾ ਕੁਝ ਹੋਣ ਦੇ ਪਿੱਛੇ ਕਿ ਵਿੱਕੀ ਸ਼ੁਰੂ ਕਿੱਥੇ ਹੋਇਆ, ਕਿ ਬੇਸਿਕਲੀ ਆਪਾਂ ਮੇਰੀ ਜ਼ਿੰਦਗੀ ਦੀ ਜਰਨੀ ਤੋਂ ਸ਼ੁਰੂ ਕਰਦੇ ਹਾਂ ਕਿ ਕਿੱਥੋਂ ਵਿੱਕੀ ਨਿਕਲਿਆ, ਵਿੱਕੀ ਕਿੱਥੋਂ ਬਿਲੋਂਗ ਕਰਦਾ ਹੈ ਅਤੇ ਉਹਦੀ ਫੈਮਿਲੀ ਨੇ ਕੀ ਮਤਲਬ ਪ੍ਰੋਵਾਈਡ ਕਰਾਇਆ ਅਤੇ ਕਿੰਨਾ ਸਾਰੀਆਂ ਮੁਸੀਬਤਾਂ ਨੂੰ ਮਤਲਬ ਦੇਖ ਕੇ ਉਹਨੇ ਆਪਣੀ ਜ਼ਿੰਦਗੀ ਦਾ ਇਹ ਮੁਕਾਮ ਹਾਸਲ ਕੀਤਾ। ਅਤੇ ਮੈਂ ਆਪਣੀ ਜ਼ਿੰਦਗੀ ਸ਼ੁਰੂ ਕਰਦਾ ਤਕਰੀਬਨ ਅੱਜ ਤੋਂ ਤਕਰੀਬਨ 2002-03 ਦੇ ਵਿੱਚ ਜਾਂਦਾ ਅਤੇ ਉੱਥੋਂ ਮੇਰੀ ਜ਼ਿੰਦਗੀ ਸ਼ੁਰੂ ਹੁੰਦੀ ਆ। ਤਕਰੀਬਨ 7ਵੀਂ ਕਲਾਸ ਦੇ ਵਿੱਚ ਮੈਂ ਆਪਣਾ ਫਿਜ਼ੀਕਲੀ ਵਰਕਆਊਟ ਕਰਨਾ ਸ਼ੁਰੂ ਕਰਤਾ ਤਾਂ ਲਾਈਕ ਪੁਸ਼ਅਪ ਲਗਾਉਣੇ, ਜਿਮ ਵਗੈਰਾ ਜਾਣਾ, ਹਲਕਾ ਫੁਲਕਾ ਲਗਾਉਣਾ ਸ਼ੁਰੂ ਕਰਤਾ ਤਾਂ। ਔਰ 9ਵੀਂ ਕਲਾਸ ਤੱਕ ਜਾ ਕੇ ਕਿ ਮੈਂ ਇੱਕ ਹੱਟਾ ਕੱਠਾ ਲਾਈਕ ਇੱਕ ਨੌਜਵਾਨ ਬਣ ਗਿਆ ਸੀ। ਔਰ ਉਸ ਤੋਂ ਬਾਅਦ ਕੀ ਕੀਤਾ, ਮੈਂ ਆਪਣੀ ਕਰੀਅਰ ਸਟਾਰਟ ਕੀਤਾ ਪੰਜਾਬ ਸਟਾਈਲ ਕਬੱਡੀ ਵਿੱਚ। ਤੁਹਾਨੂੰ ਪਤਾ ਆਪਣੇ ਪੰਜਾਬ ਦੇ ਵਿੱਚ ਪੰਜਾਬ ਸਟਾਈਲ ਕਬੱਡੀ ਦਾ ਬੜਾ ਟਰੈਂਡ ਆ, ਕਿਉਂਕਿ ਹਰ ਬੰਦੇ ਦਾ ਫੋਕਸ ਇਹ ਹੁੰਦਾ ਕਿ ਪੰਜਾਬ ਸਟਾਈਲ ਕਬੱਡੀ ਖੇਲੋ ਜਾਂ ਪਹਿਲਵਾਨ ਬਣ ਜਾਓ। ਅਤੇ ਮੈਂ ਚੂਜ਼ ਕੀਤਾ ਕਿ ਮੈਂ ਐਜ਼ ਐਨ ਕਬੱਡੀ ਵਿੱਚ ਜਾਵਾਂਗਾ ਔਰ ਮੈਂ ਆਪਣੀ ਸ਼ੁਰੂ ਕਰ ਲਈ ਗੇਮ। ਔਰ ਸਡਨਲੀ 2-3 ਸਾਲ ਦੇ ਵਿੱਚ ਮੇਰੀ ਗੇਮ ਦਾ ਗ੍ਰਾਫ ਬਹੁਤ ਹੀ ਵਧੀਆ ਉੱਪਰ ਚਲੇ ਗਿਆ। ਔਰ ਤਕਰੀਬਨ ਸਾਡੇ ਚਮਕੌਰ ਸਾਹਿਬ ਦੇ ਵਿੱਚ ਸਭਾ ਹੁੰਦੀ ਹੈ ਅਤੇ ਸਭਾ ਵਿੱਚ ਇੱਕ ਟੂਰਨਾਮੈਂਟ ਹੁੰਦਾ ਅਤੇ ਮੈਂ ਗੱਲ ਕਰ ਰਿਹਾ ਤਕਰੀਬਨ 2006 ਦੀ। ਅਤੇ ਉਸ ਟੂਰਨਾਮੈਂਟ ਵਿੱਚ ਕਿਆ ਹੋਇਆ, ਮੈਂ ਵਾਈਟ ਕਲਰ ਦੀ ਨਿੱਕਰ ਪਾਈ ਹੋਈ ਸੀ ਅਤੇ ਮੈਂ ਟੂਰਨਾਮੈਂਟ ਖੇਡ ਰਿਹਾ ਅਤੇ ਟੂਰਨਾਮੈਂਟ ਖੇਡਦੇ ਹੋਏ 20-5-20 ਦੇ ਮੈਚ ਵਿੱਚ ਮੇਰੀ ਪਰਫੋਰਮੈਂਸ ਇੰਨੀ ਕੁ ਜ਼ਿਆਦਾ ਘੈਂਟ ਸੀ ਕਿ ਪੂਰੇ ਟੂਰਨਾਮੈਂਟ ਦੇ ਵਿੱਚ ਮੇਰੇ ਨਿੱਕਰ 'ਤੇ ਮਤਲਬ ਮਿੱਟੀ ਤੱਕ ਨਹੀਂ ਲੱਗਣ ਦਿੱਤੀ। ਔਰ ਪੂਰੇ ਮਤਲਬ ਆਡੀਅנס ਨੇ ਵੀ ਉੱਥੇ ਬਹੁਤ ਜ਼ਿਆਦਾ ਪਿਆਰ ਕਰਿਆ, ਬਹੁਤ ਸਨਮਾਨ ਦਿੱਤਾ ਔਰ ਪੈਸੇ ਪੂਸੇ ਵੀ ਚਲੋ ਅੱਗੇ ਇਕੱਠੇ ਹੋਏ। ਪਰ ਇਸ ਤੋਂ ਵੀ ਵੱਧ ਜਿਹੜੀ ਚੀਜ਼ ਮੇਰੇ ਲਈ ਵੈਲਿਊਏਬਲ ਸੀ ਉਹ ਸੀ ਕਿ ਉਸ ਦਿਨ ਸਟੇਜ ਦੇ ਉੱਪਰ ਸਿਲੈਕਟਡ ਆਏ ਪਏ ਸੀ ਜਿਨ੍ਹਾਂ ਨੇ ਕਿ ਮੈਨੂੰ ਸਿਲੈਕਸ਼ਨ ਕਰਨੀ ਸੀ। ਅਤੇ ਜਿਸ ਤੋਂ ਬਾਅਦ ਕਿ ਇੱਕ ਹਫ਼ਤੇ ਬਾਅਦ ਸਰਹੰਦ ਵਿੱਚ ਟੂਰਨਾਮੈਂਟ ਹੋਣਾ ਸੀ, ਜਿਸ ਟੂਰਨਾਮੈਂਟ ਤੋਂ ਬਾਅਦ ਮੈਂ ਯੂਰਪ ਦੇ ਤੌਰ 'ਤੇ ਜਾਣਾ ਸੀ ਐਜ਼ ਐਨ ਕਬੱਡੀ ਦੇ ਪਲੇਅਰ ਦੇ ਤੌਰ 'ਤੇ। ਅਤੇ ਇਹ ਚੀਜ਼ ਅਨਾਊਂਸਮੈਂਟ ਵੀ ਕਰਾਈ ਗਈ ਔਰ ਮੈਨੂੰ ਵੀ ਬੜੀ ਖੁਸ਼ੀ ਹੋਈ, ਸਾਰੇ ਲੋਕਾਂ ਨੇ ਵਧਾਈ ਦਿੱਤੀ, ਬਹੁਤ ਮਾਣ ਸਨਮਾਨ ਹੋਇਆ। ਅਤੇ ਪਰ ਕਹਿੰਦੇ ਨਹੀਂ ਹੁੰਦੇ ਕਿ ਜਦੋਂ ਕਿਸਮਤ ਨੂੰ ਕੁਛ ਹੋਰ ਮਨਜ਼ੂਰ ਹੋਵੇ, ਤੁਹਾਡੀ ਡੈਸਟਨੀ ਕੁਛ ਹੋਰ ਹੋਵੇ, ਦੈਨ ਤੁਸੀਂ ਜੋ ਮਰਜ਼ੀ ਹੱਥ ਵੱਲੇ ਮਾਰ ਲਓ, ਤੁਹਾਨੂੰ ਕੁਛ ਨਹੀਂ ਮਿਲਣਾ ਹੁੰਦਾ। ਅਤੇ ਸੇਮ ਉਹੀ ਚੀਜ਼ ਮੇਰੇ ਨਾਲ ਹੋਈ। ਅਤੇ ਹੋਇਆ ਕਿ ਉਸ ਤੋਂ ਇੱਕ ਹਫ਼ਤੇ ਬਾਅਦ ਹੀ ਕਰਾਲੀ ਲਾਗੇ ਇੱਕ ਪਿੰਡ ਆਉਂਦੇ ਹੇੜੀ, ਉੱਥੇ ਕਬੱਡੀ ਦਾ ਮੈਚ ਹੋਇਆ ਅਤੇ ਉਸ ਮੈਚ ਦੇ ਵਿੱਚ ਮੈਂ ਖੇਲਣ ਗਿਆ। ਅਤੇ ਜਦ ਕਿ ਮੇਰਾ ਦਿਲ ਵੀ ਨਹੀਂ ਸੀ, ਪਰ ਕੋਚ ਸਾਹਿਬ ਨੇ ਕਿਹਾ ਕਿ ਵੀ ਕੀ ਖੇਡ ਲਾ, 10 ਕੌਡੀਆਂ ਨੇ ਅਤੇ ਤੂੰ ਪਾ ਦੇਂਗਾ, ਕੋਈ ਚੱਕਰ ਨਹੀਂ ਹੈ, ਕਿਉਂਕਿ ਮੇਰੇ ਰੇਡਰ ਤਕਰੀਬਨ ਸਟੋਪਾਂ ਖਾ ਰਹੀ ਸੀ। ਅਤੇ ਮੈਂ ਪਹਿਲੀ ਰੇਡ ਪਾਈ, ਆ ਗਿਆ, ਦੂਜੀ ਰੇਡ ਪਾਈ, ਦੈਨ ਆ ਗਿਆ, ਤੀਜੀ ਰੇਡ ਪਾਈ। ਔਰ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਮੇਰੀ ਸੱਜੀ ਵਾਲੀ ਲੱਤ ਟੁੱਟ ਗਈ। ਔਰ ਉੱਥੇ ਆਡੀਅנס ਨੇ ਆਪਣੇ ਕੰਨਾਂ ਦੇ ਵਿੱਚ ਤਕਰੀਬਨ ਉਂਗਲੀਆਂ ਪਾ ਲਈ ਸੀ, ਕਿਉਂਕਿ ਮੈਨੂੰ ਇੰਨੀ ਜ਼ਿਆਦਾ ਖੁਦ ਨੂੰ ਆਵਾਜ਼ ਆਈ, ਪੂਰੇ ਲੋਕਾਂ ਦੇ ਕੰਨਾਂ ਤੱਕ ਆਵਾਜ਼ ਗਈ ਸੀ ਜਦੋਂ ਮੇਰੀ ਲੈਫਟ ਮਤਲਬ ਜਿਹੜੀ ਲੱਤ ਟੁੱਟੀ ਸੀ। ਅਤੇ ਉਸ ਤੋਂ ਬਾਅਦ ਮੈਨੂੰ ਚੱਕ ਕੇ ਲੈ ਗਏ ਜੀ ਹਸਪਤਾਲ ਅਤੇ ਟੀਕੇ ਟੂਕੇ ਲਾਏ ਅਤੇ ਮੈਨੂੰ ਸਿਰਫ ਜਾਗ ਉਦੋਂ ਆਈ ਜਦੋਂ ਮੈਂ ਆਪਣੇ ਘਰ ਪਹੁੰਚਿਆ। ਅਤੇ ਉਹ ਜੋ ਇੱਕ ਜਿੰਦਾ ਦਿਨ ਆ, ਮੈਂ ਅੱਜ ਵੀ ਯਾਦ ਕਰਦਾ ਕਿ ਸ਼ਾਇਦ ਮੇਰੀ ਜ਼ਿੰਦਗੀ ਦਾ ਉਹ ਸਭ ਤੋਂ ਇੱਕ ਬੁਰਾ ਦਿਨ ਸੀ ਔਰ ਸ਼ਾਇਦ ਮੇਰੀ ਜ਼ਿੰਦਗੀ ਬਦਲੀ ਵੀ ਉੱਥੋਂ ਹੀ ਆ। ਉਹ ਦਿਨ ਬੁਰਾ ਕਿਉਂ ਸੀ? ਉਸ ਦਿਨ ਡਾਕਟਰ ਨੇ ਪਲਾਸਟਰ ਲਗਾ ਤਾ, ਪਰ ਉਹਨਾਂ ਨੇ ਇਹ ਨਹੀਂ ਐਨਾਲਾਈਜ਼ ਕੀਤਾ ਵੀ ਇਸ ਲੱਤ ਦੇ ਵਿੱਚ ਫ੍ਰੈਕਚਰ ਆਇਆ ਅਤੇ ਪਲਾਸਟਰ ਲੱਗਣ ਤੋਂ ਬਾਅਦ ਮੇਰੀ ਲੱਤ ਦੇ ਵਿੱਚ ਸਵੈਲਿੰਗ ਆ ਗਈ। ਔਰ ਉਸ ਦਿਨ ਮੇਰੀ ਉਹ ਰਾਤ ਇੱਦਾਂ ਦੀ ਸੀ ਕਿ ਉਸ ਦਿਨ ਮੈਂ ਬਾਲ ਪੱਟ ਕੇ ਆਪਣੀ ਬਾਲਾਂ ਦੀਆਂ ਜੜ੍ਹਾਂ ਤੱਕ ਕੱਢ ਲਈਆਂ ਸੀ ਕਿ ਮੇਰੀ ਇੰਨੀ ਜ਼ਿਆਦਾ ਪੇਨ ਹੋ ਰਹੀ ਸੀ। ਮੇਰਾ ਗੁਆਂਢੀ ਦੁਬਈ ਤੋਂ ਇੱਕ ਦਵਾਈ ਲੈ ਕੇ ਆਏ ਸੀ, ਤਕਰੀਬਨ ਇੱਕ ਪੱਤਾ ਸੀ। ਉਹ ਕਹਿੰਦਾ ਜੇ ਕੋਈ ਬੰਦੇ ਅੱਧੀ ਗੋਲੀ ਖਾ ਲਵੇ, ਅੱਧੀ ਗੋਲੀ ਖਾ ਕੇ ਵੀ ਬੰਦਾ 2 ਦਿਨ ਨਹੀਂ ਉੱਠਦਾ। ਅੱਧੀ ਗੋਲੀ ਕਰਦੇ ਉਸ ਬੰਦੇ ਨੇ ਮੈਨੂੰ 3 ਗੋਲੀ ਖਿਲਾ ਦਿੱਤੀ। 3 ਗੋਲੀ ਖਾ ਕੇ ਵੀ ਮੇਰੇ ਪਰ ਨੀਂਦ ਦਾ ਕੋਈ ਅਸਰ ਹੀ ਨਹੀਂ ਕਿ ਨੀਂਦ ਕਹਿੰਦੇ ਕਿ ਇਹਨੂੰ ਆ। ਅਤੇ ਉਸ ਤੋਂ ਬਾਅਦ ਪਤਾ ਨਹੀਂ ਕਿ ਉਹੀ ਡਾਕਟਰ ਸਾਹਿਬ ਆਏ, ਉਹਨਾਂ ਨੇ ਮੇਰੇ ਟੀਕਾ ਲਗਾਇਆ ਅਤੇ ਮੈਂ ਸੌਂ ਗਿਆ। ਅਤੇ ਨੈਕਸਟ ਡੇ ਡਾਕਟਰ ਨੇ ਡਿਸਾਈਡ ਕੀਤਾ ਰੋਪੜ ਜਦੋਂ ਮੈਂ ਗਿਆ ਕਿ ਇਹਦੇ ਪਲਾਸਟਰ ਨੂੰ ਕੱਟ ਦਿੰਦੇ ਹਾਂ। ਅਤੇ ਪਲਾਸਟਰ ਤੁਹਾਨੂੰ ਪਤਾ ਹੀ ਹੋ ਗਿਆ ਆਲਵੇਜ਼ ਹਮੇਸ਼ਾ ਸਿੱਧਾ ਨਹੀਂ ਕੱਟਿਆ ਜਾਂਦਾ, ਹਮੇਸ਼ਾ ਮਤਲਬ ਇੱਕ ਸ਼ੇਪ 'ਚ ਕੱਟਿਆ ਜਾਂਦਾ ਹੈ। ਅਤੇ ਮੈਂ ਪਲਾਸਟਰ ਕਟਵਾਉਣ ਚਲੇ ਗਿਆ ਅਤੇ ਜਦੋਂ ਪਲਾਸਟਰ ਕੱਟ ਹੋ ਰਿਹਾ, ਹੁਣ ਤੁਸੀਂ ਸੋਚੋਗੇ ਵੀ ਇਹ ਤੁਹਾਨੂੰ ਮੈਂ ਕੱਟਣਾ ਕਿਉਂ ਦੱਸ ਰਿਹਾ। ਇਹ ਕੱਟਣਾ ਮੈਂ ਤਾਂ ਦੱਸ ਰਿਹਾ ਕਿਉਂਕਿ ਅੱਜ ਤੱਕ ਜਿਹੜੇ ਮੇਰੇ ਲੋਕ ਖਾਸ ਨੇ, ਸਿਰਫ ਉਹਨਾਂ ਲੋਕਾਂ ਨੂੰ ਪਤਾ ਹੈ ਕਿ ਮੈਂ ਸਿੱਧਾ ਨਹੀਂ ਚੱਲਦਾ, ਮੇਰੀ ਇੱਕ ਪੈਰ ਨੀਚੇ ਲੱਗਦਾ, ਮੈਂ ਆਲਵੇਜ਼ ਅੱਡੀ ਉੱਪਰ ਹੀ ਰੱਖ ਕੇ ਚੱਲਦਾ। ਉਹ ਸਿਰਫ ਮੇਰੇ ਖਾਸ ਲੋਕਾਂ ਨੂੰ ਪਤਾ, ਹਰ ਬੰਦੇ ਨੂੰ ਨਹੀਂ ਪਤਾ। ਮੈਂ ਅੱਡੀ ਜ਼ਮੀਨ 'ਤੇ ਲਾਉਂਦਾ ਹੀ ਨਹੀਂ ਦੋਨੇ ਪੈਰਾਂ ਦੀ। ਹੋਇਆ ਕਿ ਪਹਿਲਾਂ ਉਹ ਦੱਸਦਾ
ਕਿ ਜਦੋਂ ਮੇਰਾ ਉਹ ਪਲਾਸਟਰ ਕੱਟ ਹੋ ਰਿਹਾ, ਉਦੋਂ ਪਲਾਸਟਰ ਕੱਟਦੇ ਮੈਨੂੰ ਇੱਕ ਪੇਨ ਫੀਲ ਹੋ ਰਹੀ ਹੈ, ਜਿਹਦੇ ਵਿੱਚ ਕਿ ਮੈਂ ਆਪਣੇ ਕੋਚ ਔਰ ਆਪਣੀ ਮਦਦ ਨੂੰ ਕਹਿ ਰਿਹਾ ਕਿ ਮੈਨੂੰ ਲੱਗ ਰਿਹਾ ਕਿ ਮੇਰਾ ਕੁਝ ਕੱਟ ਹੋ ਰਿਹਾ। ਪਰ ਕੋਚ ਸਾਹਿਬ ਕਹਿੰਦੇ ਨਹੀਂ ਬੱਚੇ ਤੈਨੂੰ ਵੈਸੇ ਹੀ ਲੱਗ ਰਿਹਾ, ਇਦਾਂ ਦਾ ਕੁਛ ਨਹੀਂ ਹੈ। ਮੈਂ ਫਿਰ ਕਹਿ ਰਿਹਾ, ਜਦੋਂ ਉਸ ਜਿਹੜਾ ਕੰਪਾਊਂਡਰ ਸੀ ਉਹਨੇ ਤੀਜੀ ਵਾਰੀ ਆਰੀ ਮਾਰੀ ਤਾਂ ਮੈਂ ਉੱਠ ਕੇ ਬੈਠ ਗਿਆ। ਮੈਂ ਕਿਹਾ ਜੀ ਨਹੀਂ, ਮੈਂ ਨਹੀਂ ਕਰਾਉਂਦਾ। ਡਾਕਟਰ ਸਾਹਿਬ ਆਏ ਉੱਧਰੋਂ, ਉਹਨੇ ਦੇਖਿਆ, ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, ਜਦੋਂ ਡਾਕਟਰ ਸਾਹਿਬ ਨੇ ਪਲਾਸਟਰ ਖੋਲ੍ਹਿਆ ਤਾਂ ਖੂਨ ਦੀ ਪ੍ਰੋਪਰ ਹੀ ਕਹਿੰਦੇ ਨਹੀਂ ਪਿਚਕਾਰੀ ਟਾਈਪ ਉਹਨਾਂ ਦੇ ਮੂੰਹ 'ਤੇ ਲੱਗੀ। ਤੇ ਉਹ ਲੱਗਣ ਤੋਂ ਬਾਅਦ ਉਹਨਾਂ ਨੇ ਕੰਪਾਊਂਡਰ ਨੂੰ ਭਗਾ ਕੇ ਪਰੇ ਮਾਰਿਆ, ਲਈ ਕਿ ਪੰਜਾਬੀ 'ਚ ਕਹਿੰਦੇ ਵੀ ਥੱਪੜ ਟਾਈ ਮਾਰ ਕੇ ਸਾਈਡ ਕਰਤਾ। ਉਸ ਦਿਨ ਕੀ ਹੋਇਆ ਸੀ, ਉਸ ਬੰਦੇ ਨੇ ਮੇਰੀ ਸੇਮ ਉਸੇ ਲੱਤ ਦੀ ਜਿਹੜੀ ਆਪਣੀ ਗਿੱਟ ਵਾਲੀ ਨਾੜ ਹੁੰਦੀ ਆ ਉਹ ਵੜਤੀ ਸੀ। ਉਹ ਵੱਢਣ ਕਰਕੇ ਕੀ ਹੋ ਗਿਆ ਸੀ, ਅਗਰ ਕਿਤੇ ਮੈਂ ਉਦੋਂ ਨਾ ਉੱਠਦਾ, ਇੱਕ ਆਰੀ ਉਹ ਹੋਰ ਲਗਾ ਦਿੰਦਾ, ਮੇਰੀ ਉਹ ਨਾੜ ਵੱਢੀ ਗਈ ਸੀ ਤੇ ਮੇਰੀ ਜ਼ਿੰਦਗੀ ਖਤਮ ਸੀ। ਤੇ ਉਹ ਨਾੜ ਵੱਢਣ ਤੋਂ ਬਾਅਦ ਮੈਨੂੰ ਪਤਾ ਕਿ ਮੈਨੂੰ ਲੱਤ ਨੇ ਇੰਨਾ ਪਰੇਸ਼ਾਨ ਨਹੀਂ ਕੀਤਾ ਜਿੰਨਾ ਕਿ ਉਸ ਸੱਟ ਨੇ ਕੀਤਾ, ਕਿਉਂਕਿ ਮੇਰੇ ਅੰਦਰ ਪਸ ਭਰ ਗਈ ਸੀ, ਜਿਹਦੇ ਕਰਕੇ ਬਹੁਤ ਜ਼ਿਆਦਾ ਦਿੱਕਤ ਹੁੰਦੀ। ਤਕਰੀਬਨ 1.5 ਮਹੀਨੇ ਬਾਅਦ ਜਦੋਂ ਮੈਂ ਲੇਟਰ ਹੈ ਤਾਂ ਮੇਰੇ ਬੈੱਡ ਸੋਲ ਹੋ ਗਿਆ। ਤੇ ਹੁਣ ਇਸ 1.5 ਮਹੀਨੇ ਤੋਂ ਬਾਅਦ ਜਦੋਂ ਮੈਂ ਰਿਕਵਰੀ ਕਰੀ, ਫਿਰ ਸੋਚਿਆ ਵੀ ਯਾਰ ਮੈਂ ਪਲੇਅਰ ਬਣਨਾ। ਪਰ ਕਹਿੰਦੇ ਪਤਾ ਹੈ, ਕਹਿੰਦੇ ਨਹੀਂ ਹੁੰਦੇ ਕਿ ਜਦੋਂ ਇੱਕ ਵਾਰੀ ਕੋਈ ਇਨਸਾਨ ਐਡੀ ਬੜੀ ਸੱਟ ਖਾ ਲੈਂਦਾ ਨਾ, ਤਾਂ ਉਸ ਤੋਂ ਬਾਅਦ ਸ਼ਾਇਦ ਉਹਦੇ ਲਈ ਉਸ ਕੰਡੀਸ਼ਨ ਤੋਂ ਬਾਹਰ ਆਉਣਾ ਬੜਾ ਮੁਸ਼ਕਿਲ ਹੁੰਦਾ। ਸੇਮ ਮੇਰੇ ਲਈ ਵੀ ਉਹੀ ਗੱਲ ਹੋਈ। ਬਾਅਦ 'ਚ ਟਰਾਈ ਕੀਤਾ ਕਬੱਡੀ ਖੇਡਣੇ ਦਾ, ਪਰ ਗੱਲ ਨਹੀਂ ਬਣੀ। ਤੇ ਉਦੋਂ ਸੋਚਿਆ ਕਿ ਸ਼ਾਇਦ ਮੇਰੀ ਜ਼ਿੰਦਗੀ ਖਤਮ ਹੋ ਗਈ, ਕਿ ਮੈਂ ਬਹੁਤ ਜ਼ਿਆਦਾ ਵੱਧ ਸੀ ਬਸ, ਜਿਹਦੇ ਕਰਕੇ ਕਿ ਮੇਰਾ ਐਡਾ ਬੜੀ ਟ੍ਰੈਜਡੀ ਹੋ ਗਈ। ਬਟ ਅੱਜ ਜਿਸ ਵੀ ਜਗ੍ਹਾ 'ਤੇ ਮੈਂ ਖੜਾ, ਜਿਸ ਵੀ ਹਾਲਾਤ ਦੇ ਵਿੱਚ ਮੈਂ ਖੜਾ, ਅੱਜ ਜਦੋਂ ਪਿੱਛੇ ਮੁੜ ਕੇ ਮੈਂ ਜਿੰਨੇ ਮੇਰੇ ਕਬੱਡੀ ਦੇ ਯਾਰ ਦੋਸਤ ਆ ਜਾਂ ਜਿੰਨੇ ਲੋਕਾਂ ਨੂੰ ਮੈਂ ਜਾਣਦਾ ਕਬੱਡੀ ਨੂੰ, ਮੈਂ ਉਹਨਾਂ ਲੋਕਾਂ ਨੂੰ ਦੇਖਦਾ ਤਾਂ ਅੱਜ ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਨਸੀਬ ਮੰਨਦਾ ਕਿ ਸ਼ੁਕਰ ਆ ਰੱਬਾ ਕਿ ਅਗਰ ਉਸ ਸਮੇਂ 'ਤੇ ਅਗਰ ਉਹ ਘਟਨਾ ਨਾ ਹੋਈ ਹੁੰਦੀ ਤੇ ਸ਼ਾਇਦ ਅੱਜ ਮੈਂ ਵਿੱਕੀ ਸਿੰਘ ਨਾ ਬਣਦਾ, ਜਿਹਨੂੰ ਤੁਸੀਂ ਅਕਸਰ ਹੀ ਦੇਖਦੇ ਹੋ ਪੰਜਾਬੀ ਗਾਣੇ ਵਿੱਚ, ਫਿਲਮਾਂ ਵਿੱਚ। ਤੇ ਉਹਦਾ ਕਾਰਨ ਸਿਰਫ ਇਹੀ ਆ ਕਿ ਜਿੱਦਾਂ ਸਿਆਣੇ ਕਹਿੰਦੇ ਵੀ ਹੁੰਦੇ ਆ, ਅਗਰ ਤੁਹਾਡੀ ਜ਼ਿੰਦਗੀ 'ਚ ਕੁਛ ਵੀ ਹੁੰਦਾ ਤਾਂ ਉਹ ਚੰਗੇ ਲਈ ਹੁੰਦਾ। ਤਾਂ ਇਸ ਕਰਕੇ ਮੈਂ ਇਹ ਚੀਜ਼ ਖੁਦ 'ਤੇ ਵੀ ਮੰਨਦਾ ਅਤੇ ਮੈਂ ਤੁਹਾਨੂੰ ਵੀ ਐਡਵਾਈਸ ਕਰਾਂਗਾ ਕਿ ਜ਼ਿੰਦਗੀ 'ਚ ਅਗਰ ਉਸ ਪਰਮਾਤਮਾ ਨੇ ਕੁਛ ਕੀਤਾ ਹੈ ਤਾਂ ਉਹਦੇ 'ਤੇ ਅਫਸੋਸ ਨਾ ਕਰੋ ਕਿ ਰੱਬਾ ਇਹ ਕਿਉਂ ਹੋਇਆ ਜਾਂ ਇਹਦਾ ਕਾਰਨ ਕੀ ਹੈ, ਕਿਉਂਕਿ ਤੁਹਾਨੂੰ ਉਸ ਚੀਜ਼ ਦੀ ਰਿਐਲਿਟੀ 4-5 ਸਾਲ ਬਾਅਦ ਪਤਾ ਲੱਗਦੀ ਹੁੰਦੀ ਹੈ ਕਿ ਉਹ ਪਰਮਾਤਮਾ ਨੇ ਕਿਉਂ ਕੀਤਾ ਹੈ। ਕਿਉਂਕਿ ਆਪਾਂ ਕਹਿੰਦੇ ਨੇ ਉਸ ਪਰਮਾਤਮਾ ਦੇ ਪਲਾਨ ਨੂੰ ਕਦੇ ਵੀ ਨਹੀਂ ਸਮਝ ਸਕਦੇ। ਅਤੇ ਇਹ ਇੱਕ ਘਟਨਾ ਸੀ ਜਿਹਨੇ ਮੇਰੀ ਜ਼ਿੰਦਗੀ ਬਦਲੀ। ਉਸ ਤੋਂ ਬਾਅਦ ਇੱਕ ਘਟਨਾ ਮੈਂ ਹੋਰ ਸ਼ੇਅਰ ਕਰਨੀ ਚਾਹਾਂਗਾ। ਇਹ ਬੇਸਿਕਲੀ ਮੈਂ ਦੱਸ ਤਾਂ ਰਿਹਾ ਕਿਉਂਕਿ ਤੁਸੀਂ ਦੇਖਿਆ ਹੋਣਾ ਆਲਵੇਜ਼ ਟੀਵੀ ਦੇ ਉੱਪਰ, ਤਕਰੀਬਨ ਮੈਨੂੰ ਸਾਰੇ ਜਾਣਦੇ ਹੋਣਗੇ, ਜੱਟ ਫੈਰ ਕਰਦਾ, ਅਸਲਾ, ਗੁਲਾਬ, ਕਾਫੀ ਸਾਰੇ ਗਾਣੇ, ਪ੍ਰੀਮਿਕਸ ਵਾਲੇ ਸਾਰੇ ਗਾਣੇ ਤਕਰੀਬਨ ਮੈਂ ਹੀ ਕੀਤੇ ਨੇ ਐਜ਼ ਏ ਵਿਲਨ ਦੇ ਤੌਰ 'ਤੇ। ਤੁਸੀਂ ਦੇਖਿਆ ਹੀ ਹੋਣਾ ਕਿ ਮੈਂ ਇੱਦਾਂ ਦੇ ਗਾਣੇ ਕਰਦਾ ਜਿਹਦੇ ਵਿੱਚ ਕੀ ਆਲਵੇਜ਼ ਦੀ ਮੈਂ ਇੱਕ ਵਿਲਨ ਦੇ ਤੌਰ 'ਤੇ ਕੰਮ ਕਰਦਾ। ਬਟ ਇਸ ਚੀਜ਼ ਦੀ ਰਿਐਲਿਟੀ ਕੀ ਆ, ਉਹ ਬਹੁਤ ਹੀ ਅਲੱਗ ਆ। ਜਦੋਂ ਤੁਸੀਂ ਮੈਨੂੰ ਰੀਅਲ ਲਾਈਫ ਦੇ ਵਿੱਚ ਦੇਖੋਗੇ ਤੁਸੀਂ ਬਿਲਕੁਲ ਹੀ ਅਲੱਗ ਮਤਲਬ ਮੇਰਾ ਇੱਕ ਚਿਹਰਾ ਦੇਖੋਗੇ। ਅਤੇ ਇਹ ਚੀਜ਼ ਮੈਂ ਤਾਂ ਦੱਸ ਰਿਹਾ ਕਿਉਂਕਿ ਆਪਣੀ ਅੱਜ ਦੀ ਜੋ ਯੰਗ ਜਨਰੇਸ਼ਨ ਆ ਉਹ ਕੀ ਕਰਦੀ ਆ, ਟੀਵੀ 'ਤੇ ਫਿਲਮਾਂ 'ਤੇ ਦੇਖ ਕੇ ਵੀ ਕਿਸੇ ਨੇ ਗੋਲੀ ਮਾਰਤੀ, ਉਹ ਕਿਸੇ ਦੀ ਕੁੜੀ ਚੱਕ ਲੈ ਗਿਆ, ਤੇਜ਼ਾਬ ਪਾਤਾ, ਇਹ ਕਰਤਾ, ਉਹ ਕਰਤਾ। ਤੁਸੀਂ ਕਦੇ ਇੱਕ ਚੀਜ਼ ਦੇਖਿਓ, ਕਦੇ ਸ਼ੂਟਿੰਗ 'ਤੇ ਲਾਈਵ ਜਾ ਕੇ ਦੇਖਿਓ, ਤੁਹਾਨੂੰ ਪਤਾ ਚੱਲ ਜਾਏਗਾ ਕਿ ਸਾਡੇ ਅਗਰ ਗੋਲੀ ਵੀ ਲੱਗਦੀ ਆ, ਉਹ ਲੱਗਦੀ ਤੱਕ ਵੀ ਨਹੀਂ, ਅਸੀਂ ਸਿਰਫ ਐਕਟ ਕਰਦੇ ਆ ਵੀ ਗੋਲੀ ਲੱਗੀ ਆ। ਤਾਂ ਮੈਂ ਇਹ ਅਗਰ ਮੇਰੀ ਜਿੰਨੇ ਲੋਕ ਵੀ ਇਹ ਦੇਖਣਗੇ ਅੱਜ ਟਾਕ, ਤਾਂ ਉਹਦੇ ਵਿੱਚ ਮੈਂ ਆਪਣਾ ਜੋ ਮੈਸੇਜ ਆ ਉਹ ਇਹੀ ਦੇਣਾ ਚਾਹਾਂਗਾ ਕਿ ਤੁਸੀਂ ਬਜਾਏ ਕਿ ਉਹਨਾਂ ਲੋਕਾਂ ਦੇ ਉਹ ਗਲਤ ਚੀਜ਼ਾਂ ਨੂੰ ਆਪਣੇ ਆਪ 'ਤੇ ਅਪਲਾਈ ਕਰਦੇ, ਸਿਰਫ ਉਹਨਾਂ ਲੋਕਾਂ ਦੀ ਉਹਨਾਂ ਚੰਗੀ ਚੀਜ਼ਾਂ ਨੂੰ ਅਪਲਾਈ ਕਰੋ ਜੋ ਕਿ ਥੋੜੀ ਜ਼ਿੰਦਗੀ ਬਦਲ ਸਕਦੀ ਹੈ, ਬਜਾਏ ਕਿ ਇਹ ਨਹੀਂ ਵੀ ਗੋਲੀ ਚੱਕੋ। ਪਿੱਛੇ ਜਿੱਦਾਂ ਮੈਂ ਦੇਖ ਰਿਹਾ ਸੀ ਪੰਜਾਬ ਦੇ ਵਿੱਚ ਇੱਕ ਲੜਕਾ ਸੈਲਫੀ ਰੋਣੇ ਚੱਕਰ ਦਾ ਆਪਣੇ ਗੋਲੀ ਮਾਰ ਕੇ ਮਰ ਗਿਆ। ਉਹਦੇ ਵਿੱਚ ਗਲਤੀ ਕਿਹਦੀ ਆ? ਕਿ ਆਹ ਉਹ ਲੜਕਾ ਗਲਤ ਸੀ, ਫੋਟੋ ਖਿੱਚਣ ਵਾਲਾ ਗਲਤ ਸੀ, ਜਾਂ ਫਿਰ ਜਿਨ੍ਹਾਂ ਲੋਕਾਂ ਨੇ ਉੱਦਾਂ ਦਾ ਸੀਨ ਕ੍ਰੀਏਟ ਕਰਤਾ ਵੀ ਉਹ ਬੱਚੇ ਨੂੰ ਮਜਬੂਰੀ ਵਿੱਚ ਉਹ ਸੀਨ ਕਰਨਾ ਪਿਆ ਵੀ ਮੈਂ ਘੈਂਟ ਬਣ ਕੇ ਦਿਖਾਉਣਾ। ਅਸਲ 'ਚ ਘੈਂਟ ਕੋਈ ਨਹੀਂ ਹੁੰਦਾ। ਘੈਂਟ ਪਤਾ ਕੌਣ ਹੁੰਦਾ? ਅਗਰ ਤੁਹਾਡੀ ਜੇਬ 'ਚ ਪੈਸੇ ਆ, ਤੁਸੀਂ ਕਾਮਯਾਬ ਹੋ, ਤੁਹਾਡਾ ਨਾਮ ਹੋ, ਤੁਸੀਂ ਘੈਂਟ ਹੋ। ਅਗਰ ਤੁਹਾਡੀ ਜੇਬ 'ਚ ਪੈਸੇ ਨਹੀਂ ਹੈ, ਤੁਹਾਡਾ ਨਾਮ ਨਹੀਂ ਹੈ, ਤੁਹਾਡੇ ਕੋਲ ਕਾਮਯਾਬੀ ਨਹੀਂ, ਤੁਸੀਂ ਘੈਂਟ ਨਹੀਂ ਹੋ। ਜੋ ਮਰਜ਼ੀ ਕਰ ਲਓ। ਇਸ ਕਰਕੇ ਮੈਂ ਸਭ ਨੂੰ ਰਿਕੁਐਸਟ ਕਰਾਂਗਾ ਕਿ ਭਰਾਵੋ, ਮੈਂ ਤੁਹਾਡੇ ਸਾਹਮਣੇ ਇੱਕ ਬਹੁਤ ਤਕੜਾ ਵਿਲਨ ਕਹਿ ਸਕਦਾ ਮੈਂ, ਬਟ ਮੈਂ ਬਹੁਤ ਹੀ ਸਿੰਪਲ ਇਨਸਾਨ ਹਾਂ ਔਰ ਮੈਂ ਲੜਾਈਆਂ ਤੋਂ ਬਹੁਤ ਜ਼ਿਆਦਾ ਦੂਰ ਰਹਿੰਦਾ। ਉਹਦਾ ਵੀ ਇੱਕ ਕਾਰਨ ਹੈ। ਉਹ ਕਾਰਨ ਕੀ ਆ ਕਿ ਜਿਨ੍ਹਾਂ ਚੀਜ਼ਾਂ ਕਰਕੇ ਮੈਂ ਆਪਣੀ ਲੜਾਈ ਤੋਂ ਬਹੁਤ ਦੂਰ ਰਹਿੰਦਾ ਤਾਂ ਮੈਂ ਆਪਣੀ ਜ਼ਿੰਦਗੀ 'ਚ ਜਾਂਦਾ ਤਕਰੀਬਨ 2007-08 ਦੇ ਵਿੱਚ ਮੇਰੀ ਇੱਕ ਲੜਾਈ ਹੋਈ ਸੀ। ਲੜਾਈ ਦਾ ਕਾਰਨ ਕੀ ਸੀ, ਮੇਰੇ ਗੁਆਂਢ ਵਿੱਚ ਕੋਈ ਬੰਦਾ ਆਇਆ, ਵੈਸੇ ਤਕਰੀਬਨ 6 ਫੁੱਟ 2 ਇੰਚ ਹਾਈਟ ਸੀ ਉਹਦੀ, ਅਤੇ ਮੇਰੀ ਉਸ ਬੰਦੇ ਨਾਲ ਲੜਾਈ ਹੋਈ। ਅਤੇ ਇਹ ਜੋ ਵੀ ਮੈਂ ਟਾਕ ਕਰ ਰਿਹਾ, ਮੈਂ ਰਿਐਲਿਟੀ ਬੇਸ 'ਤੇ ਦੱਸ ਰਿਹਾ ਕਿਉਂਕਿ ਇਹ ਕੋਈ ਕਹਾਣੀ ਨਹੀਂ ਹੈਗੀ, ਮੈਂ ਤੁਹਾਨੂੰ ਦੱਸ ਕੇ ਚਲਾ ਜਾਵਾਂਗਾ, ਮੇਰੀ ਜ਼ਿੰਦਗੀ ਦੀ ਰਿਐਲਿਟੀ ਆ। ਤਾਂ ਕਿ ਮੈਂ ਚਾਹੁੰਦਾ ਕਿ ਜੋ ਚੀਜ਼ਾਂ ਮੈਂ ਆਪਣੇ ਉੱਪਰ ਹੰਢਾਈਆਂ ਤਾਂ ਮੇਰੀਆਂ ਉਹਨਾਂ ਚੀਜ਼ਾਂ ਦੇ ਥਰੂ ਮੈਂ ਚਾਹੁੰਦਾ ਵੀ ਤੁਹਾਡੀ ਵੀ ਜ਼ਿੰਦਗੀ ਚੇਂਜ ਹੋਵੇ, ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਯਾਰ ਇਹ ਜੋ ਬੰਦਾ ਹਮੇਸ਼ਾ ਐਜ਼ ਐਨ ਗੁੰਡੇ ਦੇ ਤੌਰ 'ਤੇ ਦਿਖਦਾ ਵੀ ਇਹ ਰਿਐਲਿਟੀ ਵਿੱਚ ਕੌਣ ਆ, ਕਿ ਜੋ ਬੰਦਾ ਇੱਕ ਮੱਛਰ ਨਹੀਂ ਮਾਰ ਸਕਦਾ। ਮੇਰੀ ਸੋਚ ਇਹ ਹੈ ਕੋਈ ਬੰਦਾ ਮੇਰੇ ਨਾਲ ਲੜਨਾ, ਜਦ ਮੈਂ ਹੱਥ ਬੰਨ੍ਹਦਾ ਕਿ ਵੀਰੇ ਮੈਂ ਨਹੀਂ ਲੜਨਾ। ਰੀਜ਼ਨ ਸਿਰਫ ਇਹੀ ਆ
ਕਿ ਜਦੋਂ ਮੇਰੀ ਉਸ ਬੰਦੇ ਨਾਲ ਲੜਾਈ ਹੋਈ, ਮੇਰੀ ਇੱਕ ਸ਼ੁਰੂ ਤੋਂ ਆਦਤ ਸੀ, ਮੈਂ ਨਾ ਆਪਣੇ ਹੱਥ ਨੂੰ ਇੱਦਾਂ ਦੀਵਾਰ ਨਾਲ ਮਾਰ ਰਹਿੰਦਾ ਸੀ, ਇਸ ਕਰਕੇ ਨਾ ਮੇਰੀ ਇਹ ਚੀਜ਼ ਪੰਚ ਬਹੁਤ ਜ਼ਿਆਦਾ ਸਟਰੋਂਗ ਸੀ। ਉਸ ਬੰਦੇ ਨਾਲ ਮੇਰੀ ਲੜਾਈ ਹੋਈ, ਮੈਂ ਉਹਦੇ ਗਿਣ ਕੇ 4 ਤੋਂ 6 ਪੰਚ ਮਾਰੇ, ਉਹਦੇ ਨੱਕ ਦੀ ਟੁੱਟ ਗਈ ਸੀ ਬੰਦੇ ਦੀ। ਨੱਕ ਦੀ ਟੁੱਟਣ ਤੋਂ ਬਾਅਦ ਉਸ ਬੰਦੇ ਨੇ ਇੱਕ ਗਲਤੀ ਕੀਤੀ ਸੀ, ਉਹ ਬੰਦਾ ਸਾਡੇ ਇਲਾਕੇ ਤੋਂ ਉੱਠ ਕੇ ਬਾਹਰ ਚਲੇ ਗਿਆ, ਦੂਜੇ ਪਿੰਡ 'ਤੇ ਜਾ ਕੇ ਉਹ ਬੰਦਾ ਡਿੱਗ ਗਿਆ, ਉਹਨੂੰ ਹਸਪਤਾਲ ਲੈ ਕੇ ਰੋਪੜ ਐਡਮਿਟ ਕਰਾਇਆ। ਦੂਜੇ ਤੀਜੇ ਦਿਨ ਮੈਂ ਆਪਣੇ ਫਰੈਂਡ ਦੇ ਘਰਾਂ ਗੈਪ ਹੋ ਗਿਆ, ਇੱਧਰ FIR ਵਗੈਰਾ ਹੋ ਗਈ, ਕਹਿੰਦੇ ਲਓ ਜੀ ਕੰਮ ਹੋ ਗਿਆ। ਤੀਜੇ ਦਿਨ ਮੇਰੇ ਰਾਤ ਨੂੰ ਜ਼ਿਆਦਾ 1:30 ਤੋਂ 2 ਵਜੇ ਮੇਰੀ ਮਦਰ ਮੇਰੇ ਦੋਸਤ ਦੇ ਘਰ ਆਈ ਅਤੇ ਆ ਕੇ ਮੈਨੂੰ ਸਿਰਫ ਉਹਨੇ ਇੱਕ ਮੈਸੇਜ ਲਾਇਆ ਕਿ ਬੱਚੇ ਬਹੁਤ ਮੁਸ਼ਕਿਲ ਹੋ ਗਿਆ। ਮੈਂ ਕਿਹਾ ਬੀਬੀ ਕਿਆ ਹੋ ਗਿਆ? ਮੈਨੂੰ ਅੱਜ ਵੀ ਉਹ ਘਟਨਾ ਦੱਸਦੀ ਹੋਏ ਮਤਲਬ ਥੋੜ੍ਹਾ ਸ਼ੌਕ ਲੱਗ ਰਿਹਾ ਕਿ ਉਹ ਬੰਦਾ ਸੀ ਜਿਹਦੇ ਨਾਲ ਤੂੰ ਲੜਿਆ ਸੀ, ਉਹ ਬੰਦਾ ਮਰ ਗਿਆ। ਔਰ ਤੁਸੀਂ ਯਕੀਨ ਨਹੀਂ ਕਰੋਗੇ, ਜਦੋਂ ਇਹ ਗੱਲ ਕਹੀ ਗਈ ਨਾ, ਜੀ ਕਿ ਕਹਿੰਦੇ ਨਹੀਂ ਹੁੰਦੇ ਮਤਲਬ ਕਹਾਵਤ ਆ ਕਿ ਕਿਸੇ ਇਨਸਾਨ ਦਾ ਦਿਲ ਮੂੰਹ ਦੇ ਵਿੱਚ ਆ ਜਾਂਦਾ। ਮੈਨੂੰ ਉਸ ਦਿਨ ਸਮਝ ਲੱਗਿਆ ਤਾਂ ਕਿ ਦਿਲ ਦਾ ਮੂੰਹ ਦੇ ਵਿੱਚ ਆਉਣ ਦਾ ਮਤਲਬ ਕੀ ਆ। ਮੇਰਾ ਦੋਸਤ ਮੈਨੂੰ ਕਹਿ ਰਿਹਾ ਕਿ ਵੀ ਕੀ ਪਾਣੀ ਪੀ ਲਾ, ਔਰ ਮੈਂ ਇਸ ਚੀਜ਼ ਲਈ ਮਤਲਬ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਪਾਣੀ ਦਾ ਗਲਾਸ ਮੇਰੇ ਹੱਥ ਵਿੱਚ ਆ ਔਰ ਮੇਰੀ ਹਿੰਮਤ ਨਹੀਂ ਕਿ ਮੈਂ ਪਾਣੀ ਦਾ ਘੁੱਟ ਕਰ ਲਵਾਂ। ਮੈਨੂੰ ਇਹ ਲੱਗਦਾ ਸੀ ਮੈਨੂੰ ਹਾਰਟ ਅਟੈਕ ਆ ਜਾਏਗਾ। ਰੀਜ਼ਨ ਦਿਮਾਗ 'ਚ ਜਦੋਂ ਇਹ ਬੰਦਾ ਕਾਰਨਾਮਾ ਕਰਦਾ ਹੈ ਨਾ, ਉਦੋਂ ਨਹੀਂ ਕੁਝ ਸਮਝ ਆਉਂਦਾ। ਜਦੋਂ ਕਾਰਨਾਮਾ ਹੋ ਕੇ ਰਿਜ਼ਲਟ ਸਾਹਮਣੇ ਆਉਂਦਾ ਨਾ, ਬੰਦਾ ਉਦੋਂ ਸੋਚਦਾ ਵੀ ਯਾਰ ਇਹ ਮੈਂ ਕੀ ਕਰਤਾ, ਕਿਉਂਕਿ ਉਦੋਂ ਦਿਮਾਗ ਦੇ ਵਿੱਚ ਸਿਰਫ ਇੱਕੋ ਖਿਆਲ ਆ ਰਿਹਾ ਤਾਂ ਕਿ ਹੁਣ ਪੁਲਿਸ ਆਏਗੀ, ਚੱਕੇਗੀ ਔਰ ਜੇਲ੍ਹ ਲੈ ਜਾਏਗੀ, ਔਰ ਮੇਰੇ ਮਾਂ ਬਾਪ ਦਾ ਕਿਆ ਹੋਏਗਾ, ਮੇਰੇ ਸੁਪਨੇ ਦਾ ਕਿਆ ਹੋਏਗਾ, ਮੇਰੀ ਜ਼ਿੰਦਗੀ ਦਾ ਕਿਆ ਹੋਏਗਾ, ਮੈਂ ਐਡੇ ਸੁਪਨੇ ਸਜਾਏ, ਇਹਨਾਂ ਨੂੰ ਕੌਣ ਪੂਰਾ ਕਰੇਗਾ। ਕਿਉਂਕਿ ਜਦੋਂ ਮੈਂ ਕਾਂਡ ਕੀਤਾ ਸੀ ਉਦੋਂ ਤਾਂ ਮੇਰੇ ਦਿਮਾਗ 'ਚ ਕੁਝ ਸੀਗਾ ਵੀ ਨਹੀਂ ਕਿ ਮੈਂ ਕੀ ਕਰਾਂਗਾ, ਪਰ ਜਦੋਂ ਉਦੋਂ ਹੋਇਆ ਨਾ ਤਾਂ ਉਦੋਂ ਮੈਨੂੰ ਪਤਾ ਲੱਗਿਆ। ਔਰ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ, ਦੂਸਰੇ ਦਿਨ 12:30 ਵਜੇ ਤੱਕ ਸਾਨੂੰ ਕਨਫਰਮ ਹੋਇਆ ਵੀ ਸ਼ਾਇਦ ਉਹ ਇੱਕ ਜਸਟ ਲਾਈਕ ਕੇ ਉਹਨਾਂ ਨੇ ਮਜ਼ਾਕ ਕੀਤਾ ਸੀ ਜਾਂ ਇੱਕ ਸਟੰਟ ਖੇਡਿਆ ਸੀ, ਬਟ ਡੋਂਟ ਨੋ ਬਟ ਇਹ ਹੋਇਆ ਸੀ। ਅਤੇ ਉਸ ਦਿਨ ਤੋਂ ਲੈ ਕੇ 1 ਮਹੀਨੇ ਤੱਕ ਮੈਨੂੰ ਹਮੇਸ਼ਾ ਇਹ ਲੱਗਦਾ ਹੁੰਦਾ ਤਾਂ ਵੀ ਲੈ ਮੈਂ ਬਲੀ ਦਾ ਬੱਕਰ ਹੈ, ਪੁਲਿਸ ਦੀ ਗੱਡੀ ਆਊਗੀ ਚੱਕ ਕੇ ਲੈ ਜਾਊਗੀ ਅਤੇ ਮੈਨੂੰ ਗੈਪ ਕਰ ਦੇਣਗੇ ਵੀ ਸਿੱਧਾ ਚੱਲ ਬਈ, ਜਾਂ ਜੇਲ੍ਹ ਭੇਜ ਦੇਣਗੇ ਜਾਂ ਫਾਂਸੀ ਲੱਗ ਜਾਊਗੀ। ਤਾਂ ਇਹ ਇੱਕ ਮੇਰੀ ਜ਼ਿੰਦਗੀ ਦੀ ਇੱਦਾਂ ਦੀ ਘਟਨਾ ਹੈ ਜਿਸ ਘਟਨਾ ਕਿ ਮੈਨੂੰ ਅੱਜ ਤੱਕ ਨਿਚੋੜ ਕੇ ਰੱਖਿਆ ਪਿਆ। ਅੱਜ ਕੋਈ ਬੰਦਾ ਲੜਦਾ, ਮੈਂ ਉਹਨੂੰ ਹਮੇਸ਼ਾ ਹੀ ਕਹਿੰਦਾ ਕਿ ਮੇਰੇ ਨਾਲ ਲੜੋ, ਕਿਉਂਕਿ ਤੁਹਾਡੀ ਵੈਲਿਊ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ, ਪਰ ਤੁਹਾਡੇ ਮਾਂ ਬਾਪ ਲਈ ਤੁਹਾਡੀ ਵੈਲਿਊ ਬਹੁਤ ਹੀ ਜ਼ਿਆਦਾ ਹੈ। ਕਿਉਂਕਿ ਜਿਨ੍ਹਾਂ ਮਾਂ ਬਾਪਾਂ ਦੇ ਬੱਚਿਆਂ ਨੂੰ ਕੁਛ ਹੁੰਦਾ ਹੈ, ਜਾਂ ਜਿਨ੍ਹਾਂ ਹੁਣ ਪਿੱਛੇ ਮੈਂ ਖਬਰ ਦੇਖ ਰਿਹਾ ਸੀ ਕਿ ਜਿਸ ਬੱਚੇ ਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ, ਕਦੇ ਉਸ ਬੱਚੇ ਦੀ ਮਾਂ ਦੇ ਕੋਲ ਜਾ ਕੇ ਪੁੱਛੋ ਵੀ ਉਹਨੇ ਕੀ ਖੋਇਆ। ਉਹ ਤਾਂ 2 ਮਿੰਟ ਲਈ ਬੱਚੇ ਦੀ ਚੌੜ ਹੋ ਗਈ ਨਾ, ਪਰ ਤੁਹਾਡੀ ਵੈਲਿਊ ਤੁਹਾਨੂੰ ਨਹੀਂ ਪਤਾ, ਤੁਹਾਡੇ ਮਾਂ ਬਾਪ ਨੂੰ ਪਤਾ ਹੁੰਦੀ। ਇਸ ਕਰਕੇ ਮੈਂ ਸਭ ਨੂੰ ਰਿਕੁਐਸਟ ਕਰਦਾ ਹੱਥ ਜੋੜ ਕੇ ਕਿ ਤੁਹਾਡੇ ਸਾਹਮਣੇ ਮੈਂ ਪੰਜਾਬੀ ਇੰਡਸਟਰੀ ਦਾ ਗੁੰਡਾ, ਵਿਲਨ ਜਾਂ ਬਹੁਤ ਤਕੜਾ ਡੌਨ ਹੋ ਸਕਦਾ, ਪਰ ਰਿਐਲਿਟੀ ਵਿੱਚ ਮੈਂ ਇੱਕ ਬਹੁਤ ਹੀ ਸ਼ਰੀਫ ਇਨਸਾਨ ਹਾਂ। ਔਰ ਮੈਂ ਤੁਹਾਨੂੰ ਵੀ ਰਿਕੁਐਸਟ ਕਰਦਾ ਵੀ ਤੁਸੀਂ ਵੀ ਜਿਸ ਰਸਤੇ 'ਤੇ ਮੈਂ ਤੁਹਾਨੂੰ ਚਲਾ ਰਹੇ ਹਾਂ ਉਸ ਰਸਤੇ ਚੱਲਣ ਦੀ ਕੋਸ਼ਿਸ਼ ਕਰੋ। ਇਹ ਜ਼ਰੂਰੀ ਨਹੀਂ ਹੈ ਕਿ ਜੋ ਗਲਤੀਆਂ ਮੈਂ ਕੀਤੀਆਂ ਤੁਸੀਂ ਉਹਨਾਂ ਗਲਤੀਆਂ ਨੂੰ ਦੁਹਰਾਓ ਅਤੇ ਤੁਹਾਨੂੰ ਫਿਰ ਸਮਝ ਲੱਗੇ ਗਲਤ ਆ। ਕਿ ਅਗਰ ਤੁਸੀਂ ਇਸ ਚੀਜ਼ ਨੂੰ ਦੇਖ ਰਹੇ ਹੋ ਤਾਂ ਮੈਂ ਤੁਹਾਨੂੰ ਰਿਕੁਐਸਟ ਇਹੀ ਕਰਾਂਗਾ ਕਿ ਅਗਰ ਕੋਈ ਇਨਸਾਨ ਕਹਿੰਦੇ ਕਿਸੇ ਰਸਤਾ ਦਿਖਾ ਦਿੰਦਾ, ਸਹੀ ਬੰਦਾ, ਸਮਝਦਾਰ ਬੰਦਾ ਉਸ ਰਸਤੇ ਨੂੰ ਸਿਰਫ ਦੇਖ ਕੇ ਸਮਝ ਜਾਂਦਾ ਵੀ ਇਹ ਸਹੀ ਹੈ ਗਲਤ ਹੈ। ਮੇਰੇ ਕਹਿਣ ਦਾ ਮਤਲਬ ਹੈ ਕਿ ਅਗਰ ਮੇਰੀ ਇਹਨਾਂ ਸ਼ਬਦ ਦੇ ਥਰੂ ਤੁਹਾਨੂੰ ਮੇਰੀ ਗੱਲ ਸਮਝ ਆ ਜਾਂਦੀ ਤਾਂ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਨਸੀਬ ਸਮਝਾਂਗਾ। ਅਤੇ ਜੋ ਸਟੋਕ ਦੀ ਜਿੰਨੀ ਵੀ ਟੀਮ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਾਂਗਾ ਵੀ ਚਲੋ ਉਹਨਾਂ ਨੇ ਇਸ ਕਾਬਲੇ ਸਮਝਿਆ ਵੀ ਮੇਰੀ ਸਟੋਰੀ ਨੂੰ ਤੁਹਾਡੇ ਤੱਕ ਪਹੁੰਚਾਇਆ। ਅਗਰ ਕਿਸੇ ਇੱਕ ਇਨਸਾਨ ਦੀ ਵੀ ਜ਼ਿੰਦਗੀ ਬਦਲਦੀ ਆ ਤਾਂ ਮੈਂ ਦਿਲ ਤੋਂ ਧੰਨਵਾਦੀ ਹਾਂ। ਜੋਸ਼ ਟਾਕਸ ਹੁਣ Spotify ਐਕਸਕਲੂਸਿਵ ਪੋਡਕਾਸਟ ਹੈ, ਜਿਹਦੇ ਨਾਲ ਜੋਸ਼ ਟਾਕਸ ਦੀਆਂ ਸਾਰੀਆਂ ਕਹਾਣੀਆਂ ਆਡੀਓ ਫਾਰਮੈਟ 'ਚ ਵੀ ਉਪਲਬਧ ਹੋਣਗੀਆਂ ਸਿਰਫ ਤੇ ਸਿਰਫ Spotify ਤੇ ਹਾਂ, ਜੇ ਇਹ ਵੀਡੀਓ ਚੰਗੀ ਲੱਗੀ ਤਾਂ ਜੋਸ਼ ਟਾਕਸ ਪੋਡਕਾਸਟ ਨੂੰ ਤੁਸੀਂ Spotify ਤੇ ਫੋਲੋ ਕਰ ਸਕਦੇ ਹੋ ਐਂਡ ਸੁਣ ਸਕਦੇ ਹੋ ਇਹ ਜਿਹੀਆਂ ਹੋਰ ਬਹੁਤ ਸਾਰੀਆਂ ਇੰਸਪਾਇਰਿੰਗ ਕਹਾਣੀਆਂ ਸਿਰਫ Spotify ਤੇ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।